आशा पहला पूत पिछैरी माई। ਸਾਹਿਬ ਗੰਭੀਰ ਜੀ ਦੇ ਪਾਸ ਮਹਾਤਮਾ ਨੇ ਆ ਕੇ ਪ੍ਰਸ਼ਨ ਕੀਤੇ ਹਨ ਕਿ ਮਹਾਰਾਜ ਸੰਸਾਰ ਸੱਤ ਹੈ ਕਿ ਅਸੱਤ ਹੈ। ਜੇ ਤਾਂ ਸੰਸਾਰ ਸੱਤ ਕਹੋਗੇ ਤਾਂ ਇਹ ਨਾਸ ਕਿਉਂ ਹੁੰਦਾ ਜਾਂਦਾ ਹੈ, ਜੇ ਅਸੱਤ ਕਹੋਗੇ ਤੇ ਪ੍ਰਤੀਤ ਕਿਉਂ ਹੁੰਦਾ ਹੈ। ਸੁਣ ਕੇ ਸਾਹਿਬ ਕਬੀਰ ਜੀ ਆਜ਼ਾਦਵਾਦ ਦਿਖਾਉਂਦੇ ਹੈ। ਪੈਦਾ ਹੀ ਨਹੀਂ ਹੋਇਆ ਕਦੇ, ਆਜ਼ਾਦ ਜਾਤ ਨਾ ਪੈਦਾ ਹੁੰਦਾ, ਆਜ਼ਾਦ ਜਿਹੜਾ ਨਾ ਪੈਦਾ ਹੋਵੇ। ਸੋ ਇਹ ਪ੍ਰਤੀਤੀ ਮਾਤਰ ਪ੍ਰਤੀਤ ਹੋ ਰਿਹਾ। ਮਿੱਥਿਆ ਪਦਾਰਥ ਜਿਵੇਂ ਮਿਰਗ ਕ੍ਰਿਸ਼ਨਾ ਦਾ ਪਾਣੀ ਜਿਵੇਂ ਪ੍ਰਤੀਤ ਹੁੰਦਾ ਪਰ ਹੁੰਦਾ ਨਹੀਂ, ਰੱਸੀ ਵੀ ਸਭ ਪ੍ਰਤੀਤ ਹੁੰਦਾ ਪਰ ਸਭ ਹੁੰਦਾ ਨਹੀਂ, ਰੱਸੀ ਹੁੰਦੀ ਹੈ। ਇਸੇ ਪ੍ਰਕਾਰ ਸਿੱਪੀ ਵੀ ਚਾਂਦੀ ਪ੍ਰਤੀਤ ਹੁੰਦੀ ਪਰ ਚਾਂਦੀ ਹੁੰਦੀ ਨਹੀਂ। ਇਹ ਆਜ਼ਾਦਵਾਦ ਇਹਨੂੰ ਵਿਖਾਉਂਦੇ ਹਨ। ਸੁਣੋ ਭਾਈ, ਜਗ ਤੇ ਇਸ ਪ੍ਰਕਾਰ ਦਾ ਹੈ। आशा पहला पूत पिछैरी माई। ਕਹਿੰਦੇ ਪਹਿਲਾਂ ਪੂਤ ਪਿਛੈਰੀ ਮਾਈ, ਜਿਵੇਂ ਕੋਈ ਕਹੇ ਪੁੱਤਰ ਪਹਿਲਾਂ ਜੰਮਿਆ ਹੈ ਤੇ ਮਾਂ ਪਿੱਛੋਂ ਆ। ਸੋ ਇਹ ਪਿੱਛੋਂ ਮਾਤਾ ਆਈ ਹੈ। ਇਹ ਅਣਹੋਈ ਗੱਲ ਹੈ ਨਾ, ਪੁੱਤਰ ਕਿਵੇਂ ਜਾਪਿਆ ਜਦੋਂ ਮਾਂ ਹੀ ਨਹੀਂ ਸੀ ਹੈ। गुर लागो चेले की पाई। ਕਹਿੰਦੇ ਗੁਰੂ ਚੇਲੇ ਦੀ ਪੈਰੀ ਲੱਗਾ ਹੈ। ਇਹ ਹੁਣ ਉਹ ਗੁਰੂ ਕਾਹਦਾ ਹੋਇਆ ਜਿਹੜਾ ਚੇਲੇ ਦੀ ਪੈਰੀ ਲੱਗਾ। ਇਸ ਕਰਕੇ ਗੁਰੂ ਪਹਿਲਾਂ ਸੀ ਕਿ ਚੇਲਾ ਪਹਿਲਾਂ ਸੀ, ਚੇਲੇ ਨੂੰ ਪੈਰੀ ਲੱਗਣਾ ਸੀ ਨਾ ਆ ਕੇ। एक अचंभो सुनो तुम भाई। ਇੱਕ ਹੋਰ ਅਚਰਜ ਹੈ, ਸੁਣਨਾ ਕਰੋ हे ਭਾਈ। देखत सिंह चरावत गाई। ਕਹਿੰਦੇ ਸ਼ੇਰ ਵੇਖੋ, ਜਿਹੜਾ ਵਿਰੋਧੀ ਹੈ ਗਾਈਆਂ ਨੂੰ ਮਾਰਨ ਵਾਲਾ, ਕਹਿੰਦੇ ਸ਼ੇਰ ਗਾਈਆਂ ਨੂੰ ਝਾਰਦਾ ਕਹਿ ਦੇਈਏ ਜਿਵੇਂ। रहाऊ जल की मछली तरवर ਜਿਸ ब्याई। ਪ੍ਰਕਾਰ ਕੋਈ ਕਹੇ ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਜਿਹੜੀ ਹੈ ਉਹਨ ਬਿਰਛ ਦੇ ਉੱਤੇ ਵਿਆਹੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਬੱਚੇ ਦਿੱਤੇ ਹੈ। ਹੁਣ ਮੱਛੀ ਪਾਣੀ 'ਚ ਰਹਿਣ ਵਾਲੀ ਉਹ ਬਿਰਛ ਦੇ ਉੱਤੇ ਚੜ੍ਹ ਕੇ ਕਿਵੇਂ ਬੱਚੇ ਦੇਵੇਗੀ, ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਵੇਗੀ, ਜਮਾਵੇਗੀ। देखत कुतरा लै गई बिलाई। ਕਹਿੰਦੇ ਦੇਖੀ ਦਾ ਕੁੱਤੇ ਦੇ ਤਾਂ ਹੀ ਬਿੱਲੀ ਲੈ ਗਈ ਹੈ। ਬਿੱਲੀ ਜਿਹੜੀ ਕੁੱਤਿਆਂ ਤੋਂ ਡਰਦੀ, ਬਿੱਲੀ ਨੂੰ ਕੀ ਚੱਕ ਕੇ ਲਿਜਾਣਾ ਸੀ। तलहरे बैसा ऊपर सूला। ਕਹਿੰਦੇ ਵੈਸਾ ਡਾੜੀਆਂ ਥੱਲੇ ਹੈ ਤੇ ਸੂਲ ਫਾਰਸੀ 'ਚ ਮੁੱਢ ਦਾ ਨਾਮ ਹੈ। ਸੂਲ ਜਿਹੜਾ ਮੁੱਢ ਹੈ ਉਹ ਕਹਿੰਦੇ ਉਹ ਤਾਹਾਂ ਨੂੰ ਹੈ। ਜੇ ਮੁੱਢ ਤਾਹਾਂ ਨੂੰ ਹੈ ਤੇ ਡਾਲੀਆਂ ਥਾਹਾਂ ਨੂੰ ਹੈ ਤੇ ਪੈਦਾ ਕਾਹਦੇ 'ਚ ਹੋਇਆ ਉਹ। ਇਸ ਕਰਕੇ ਅਣਹੋਈ ਗੱਲ ਹੈ ਜਿਵੇਂ। तिसकै पेड़ लगे फल ਫਿਰ फूला। ਕਹਿੰਦੇ ਉਸ ਪੇੜ ਦੇ ਬਿਰਛ ਦੇ ਨਾਲ ਫਲ ਤੇ ਫੁੱਲ ਲੱਗੇ ਹੋਏ ਹਨ। घोड़ा चर भैंस चरावन जाई। ਜਿਵੇਂ ਕੋਈ ਕਹੇ ਘੋੜਾ ਜਿਹੜਾ ਹੈ ਘੋੜੇ ਤੇ ਚੜ੍ਹ ਕੇ ਭੈਂਸਾ ਝੋਟਾ ਚਰਾਉਣ ਵਾਸਤੇ ਜਾਂਦਾ ਹੈ। बाहर बैल गून घर आई। ਜਿਵੇਂ ਗੂਣ ਤਾਂ ਕਹਿੰਦੇ ਬਾਹਰ ਹੈ, ਗੂਣ ਘਰ 'ਚ ਆ ਗਈ, ਬੈਲ ਅਜੇ ਬਾਹਰ ਹੀ ਸੀ ਕਹਿ ਦੇਵੇ ਕੋਈ। कहत कबीर जो इस पद बूझै। ਕਬੀਰ ਜੀ ਕਹਿੰਦੇ ਜਿਹੜਾ ਇਹ ਪਦ ਅਸੀਂ ਸ਼ਬਦ ਕਿਹਾ ਨਾ, ਇਹਦੇ ਵਿੱਚ ਜੋ ਤਾਤ ਕਰਦੇ ਇਸ ਨੂੰ ਜਿਹੜਾ ਬੁੱਝ ਲਵੇਗਾ, ਸਮਝ ਲਵੇਗਾ। राम रमत तिस सब किछ सूझै। ਰਾਮ ਦਾ ਨਾਮ ਉਚਾਰਨੇ ਕਰਕੇ ਉਹਨੂੰ ਸਭ ਕੁਝ ਦਿਸਿਆਵੇਗਾ, ਉਹਨੂੰ ਸਮਝ ਪੈ ਜਾਏ ਕਿ ਜਗਤ ਇਸ ਪ੍ਰਕਾਰ ਦਾ ਹੈ, ਕਥਨ ਮਾਤਰ ਹੈ ਜਗਤ, ਵਾਸਤਵ ਤੇ ਸੱਤ ਨਹੀਂ ਹੈ। ਇਹ ਪਤਾ ਲੱਗ ਆਜ਼ਾਦਵਾਦ ਇਹ ਦਿਖਾਇਆ ਹੈ। ਫਿਰ ਮਹਾਰਾਜ ਇਹ ਜੀਵ ਦੇ ਅੰਦਰ ਫਰਕ ਕਿਵੇਂ ਪੈ ਗਿਆ ਤਾਂ ਕਹਿੰਦੇ ਹਨ, ਸੁਣੋ ਦੂਸਰੇ ਅਰਥ ਵਿੱਚ। पहला पूत पिछैरी माई। ਕਹਿੰਦੇ ਪਹਿਲਾਂ ਤੇ ਭਾਈ ਪੂਤ ਪਵਿੱਤਰ ਹੀ ਸੀ ਅਤੇ ਪਿਛੈਰੀ ਮਾਈ, ਪਿੱਛੇ ਇਹਦੇ ਮਾਇਆ ਚਿੰਬੜ ਗਈ ਆ ਕੇ। ਮਾਇਆ ਦੇ ਚਿੰਬੜਨੇ ਕਰਕੇ ਅਪਵਿੱਤਰ ਹੋ ਗਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਗਰਭ ਦੇ ਵਿੱਚ ਪਵਿੱਤਰ ਸੀ, ਲਿਵ ਲੱਗੀ ਹੋਈ ਸੀ। 100 ਜਨਮ ਦਾ ਇਹਨੂੰ ਗਿਆਨ ਸੀ। ਜਦੋਂ ਜੰਮਿਆ ਲਿਵ ਟੁੱਟ ਗਈ, ਉਦੋਂ ਤ੍ਰਿਸ਼ਨਾ ਲੱਗ ਗਈ, ਮਾਇਆ ਅਮਰਤ ਆਇਆ। ਕਿਉਂ ਪਹਿਲਾਂ ਤਾਂ ਇਹ ਪਵਿੱਤਰ ਹੀ ਸੀ, ਪਿੱਛੋਂ ਇਹਨੂੰ ਮਾਇਆ ਚਿੰਬੜ ਗਈ ਲਿਵ ਟੁੱਟਣੇ ਕਰਕੇ। गुर लागो चेले की पाई। ਇਹ ਗੁਰ ਜਿਹੜਾ ਜੀਵ ਹੈ ਨਾ ਪੂਜਨੀਕ, ਇਹ ਮਨ ਦੇ ਅਧੀਨ ਹੋ ਗਿਆ ਹੈ। ਚੇਲੇ ਮਨ ਦੇ ਪੈਰੀਂ ਲੱਗ ਗਏ, ਜੀਵ ਅਧੀਨ ਹੋ ਗਿਆ, ਜਿਵੇਂ ਮਨ ਕਹਿੰਦਾ ਉਵੇਂ ਹੀ ਕਰਦਾ ਹੈ। एक अचंभो सुनो तुम भाई। ਇੱਕ ਬੜਾ ਆਸ਼ਚर्य ਹੈ, ਹੇ ਭਰਾਵੋ ਤੁਸੀਂ ਸੁਣੋ। देखत सिंह चरावत गाई। ਸ਼ੇਰ ਕਹਿੰਦੇ ਵੇਖੀਦਾ ਗਾਈਆਂ ਨੂੰ ਚਾਰਦਾ ਹੈ। ਸ਼ੇਰ ਜੋ ਸਾਧ ਸੰਗਤ ਜੀ ਦੇਹ ਇਤਿਹਾਸ ਰੂਪੀ ਸ਼ੇਰ ਹੋਇਆ ਜਾਂ ਸਾਖੀ ਚੇਤਨ ਰੂਪੀ ਸ਼ੇਰ ਹੋਇਆ, ਉਹ ਇੰਦਰੀ ਰੂਪੀ ਗਾਈਆਂ ਦੇ ਤਾਈ ਪਦਾਰਥਾਂ ਰੂਪੀ ਘਾਹ ਚੁਗਾ ਰਿਹਾ ਵੇਖੀਦਾ ਹੈ। रहाऊ जल की मछली तरवर ब्याई। ਫਿਰ ਦੇਖੋ ਜਲ ਕੀ ਮਛਲੀ ਤਰਵਰ ਵਿਆਈ, ਚੇਤਨ ਰੂਪ ਬ੍ਰਹਮ ਦੀ ਜਲ ਦੇ ਵਿੱਚੋਂ ਰਹਿਣ ਵਾਲੀ ਮੱਛੀ ਜਿਹੜੀ ਹੈ ਇਹ ਬੁੱਧ, ਇਹ ਤਰਵਰ ਵਿਆਈ ਸੰਸਾਰ ਰੂਪੀ ਬਿਰਛ ਦੇ ਤੇ ਵਿਆਈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਹੈ। ਇਸ ਨੇ ਗਾਹਾਂ
ਪਦਾਰਥਾਂ ਰੂਪੀ ਬੱਚੇ ਦੇਣਾ ਕੀਤੇ ਹੈ, ਜਾਂ ਰਜੋਗੁਣ ਸਤੋਗੁਣ ਤਮੋਗੁਣ ਤਿੰਨਾਂ ਗੁਣਾਂ ਦੇ ਸਹਿਤ ਹੋਈ ਹੈ। ਦੇਖਤ ਕੁਤਰਾ ਲੈ ਗਈ ਬਿਲਾਈ, ਵੇਖੀ ਗਏ ਕਹਿੰਦੇ ਕੁਦਰਾ ਸੰਤੋਖ ਰੂਪੀ ਕੁੱਤੇ ਦੇ ਤਾਈ ਤ੍ਰਿਸ਼ਨਾ ਦੀ ਬਿਰਤੀ ਰੂਪ ਬਿੱਲੀ ਲੈ ਗਈ ਹੈ। ਤਲੈ ਰੇ ਬੈਸਾ ਉਪਰ ਸੂਲਾ, ਕਹਿੰਦੇ ਜਿਹੜੀਆਂ ਸੋ ਬਾਸ਼ਨਾ ਉਹ ਥੱਲੇ ਹੋ ਗਈਆਂ ਤੇ ਮੰਦ ਵਾਸ਼ਨਾ ਸੂਲ ਦੀ ਨਹੀਂ ਦੁੱਖ ਦੇਣ ਵਾਲੀਆਂ ਉਹ ਉੱਪਰ ਫੈਲ ਗਈਆਂ ਹਨ। ਮੰਦ ਵਾਸ਼ਨਾ ਪ੍ਰਗਟ ਹੋ ਗਈਆਂ ਹਨ ਜੀਵ ਦੇ, ਤੇ ਜਿਹੜੀਆਂ ਸੋ ਵਾਸ਼ਨਾ ਸੀ ਉਹ ਥੱਲੇ ਦਬੀਆਂ ਰਹਿੰਦੀਆਂ ਹਨ। ਜਿਸ ਕੈ ਪੇੜ ਲੱਗੇ ਫਲ ਫੂਲਾ, ਐਸਾ ਜੋ ਪੇੜ ਸਰੀਰ ਰੂਪੀ ਬਿਰਸ਼ ਹੈ ਉਹਦੇ 'ਚ ਕਹਿੰਦੇ ਫਲ ਲੱਗੇ ਹੋਏ ਹੈ, ਪਾਪਾਂ ਫੁੱਲ ਮੰਦ ਕਰਮ ਰੂਪੀ ਸਕਾਮ ਕਰਮ ਰੂਪੀ ਫੁੱਲ ਲੱਗੇ ਹੋਏ ਹੈ, ਤੇ ਫਲ ਲੱਗੇ ਹੈ ਨਰਕ ਆਦਿਕਾਂ ਦੁੱਖ ਤੇ ਜੰਮਣ ਮਰਨ ਦਾ ਦੁੱਖ। ਘੋੜਾ ਚਰ ਭੈਸ ਚਰਾਵਨ ਜਾਈ, ਇਸ ਪ੍ਰਕਾਰ ਘੋੜੇ ਚੜ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਇਹ ਜੀਵ ਭੈ ਦੇ ਸੰਯੁਕਤ ਹੋ ਕੇ ਭੈਸ ਚਰਾਵਨ ਜਾਈ, ਇਹ ਵਿਚਰਦਾ ਆਉਂਦਾ ਜਾਂਦਾ ਰਹਿੰਦਾ, ਜੂਨਾਂ ਵਿੱਚ ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ। ਬਾਹਰ ਬੈਲ ਗੂਣ ਘਰ ਆਈ, ਜਾਂ ਘੋੜਾ ਚੜ ਇਸ ਪ੍ਰਕਾਰ ਚਿੱਤ ਰੂਪੀ ਘੋੜੇ ਤੇ ਚੜ ਕੇ ਬੁੱਧੀ ਰੂਪੀ ਭੈਂਸ ਨੂੰ ਪਦਾਰਥਾਂ ਦੀ ਸੱਚਦਾ ਬੁੱਧੀ ਜਿਹੜੀ ਕਰਨੀ ਹੈ ਚੁਗਾਉਣ ਵਾਸਤੇ ਜਾਂਦਾ ਹੈ। ਬਾਹਰ ਬੈਲ ਗੂਣ ਘਰ ਆਈ, ਕਹਿੰਦੇ ਬੈਲ ਤਾਂ ਬਾਹਰ ਰਹਿ ਗਿਆ, ਗੂਣ ਘਰ ਵਿੱਚ ਆ ਗਈ ਹੈ। ਬੈਲ ਜਿਹੜਾ ਸੀ ਧਰਮ ਰੂਪੀ ਬੈਲ ਬਾਹਰ ਹੀ ਰਹਿ ਗਿਆ ਤੇ ਤ੍ਰਿਸ਼ਨਾ ਰੂਪੀ ਗੂਣ ਘਰ 'ਚ ਆ ਗਈ ਹੈ ਇਹਦੇ 'ਚ। ਕਹਿਤ ਕਬੀਰ ਜੋ ਇਸ ਪਦ ਬੂਝੈ, ਜੀ ਕਹਿੰਦੇ ਜੋ ਇਹ ਪਦ ਸ਼ਬਦ ਦੱਸਿਆ ਹੈ ਇਸ ਨੂੰ ਜਿਹੜਾ ਬੁੱਝੇ ਸਮਝੇਗਾ, ਰਾਮ ਰਾਮ ਤਿਸ ਸਭ ਕਿਛ ਸੂਝੈ, ਰਾਮ ਦੇ ਉਚਾਰਨ ਕਰਕੇ ਉਹਨੂੰ ਸਭ ਕੁਝ ਦੱਸਿਆਵੇਗਾ, ਸਭ ਪ੍ਰਤੱਖ ਹੋਇਆਵੇਗਾ, ਉਹਦੇ ਤਾਂ ਹੀ ਜਾਣ ਲਵੇਗਾ। ਪਹਿਲਾ ਪੂਤ ਪਿਛੈ ਰੀ ਮਾਈ, ਇਸੇ ਪ੍ਰਕਾਰ ਕਹਿੰਦੇ ਪਹਿਲਾਂ ਪੂਤ ਪਿਛੇ ਰੀ ਮਾਈ, ਪਹਿਲਾਂ ਪਰਮੇਸ਼ਰ ਦੀ ਪ੍ਰਾਪਤੀ ਕਿਸ ਪ੍ਰਕਾਰ ਹੋ ਸਕਦੀ ਹੈ। ਇਹ ਪਹਿਲਾਂ ਕਹਿੰਦੇ ਨਿਸ਼ਕਾਮ ਕਰਮਾਂ ਕਰਕੇ ਪੂਤ ਪਵਿੱਤਰ ਹੋਵੇ। ਪਿਛੈ ਰੀ ਕਈ ਮਾਈ, ਇੰਦਰੀਆਂ ਦੇ ਪਿੱਛੇ ਜਿਹੜਾ ਪਿਆ ਹੋਇਆ ਹੈ ਇਸ ਤੋਂ ਪਿੱਛੇ ਹਟ ਜਾਏ ਵਿਸ਼ਿਆਂ ਵੱਲੋਂ, ਇੰਦਰੀਆਂ ਦੇ ਵੱਲੋਂ, ਤੇ ਮਾਈ ਮਾਇਆ ਦਾ ਤਿਆਗ ਕਰ ਦੇਵੇ। ਗੁਰ ਲਾਗੂ ਚੇਲੇ ਕੀ ਪਾਈ, ਅਤੇ ਫਿਰ ਚੇਲੇ ਮਨ ਨੂੰ ਚਾਹੀਦਾ ਹੈ ਗੁਰੂ ਪਰਮੇਸ਼ਰ ਦੇ ਚਰਨੀ ਲੱਗਣਾ ਕਰੇ। ਗੁਰ ਲਾਗੋ ਚੇਲੇ ਕੀ ਪਾਈ, ਇਸੇ ਪ੍ਰਕਾਰ ਗੁਰੂ ਜਿਹੜਾ ਜੀਵ ਹੈ ਉਹ ਹੈ ਪੂਜਨੀਕ, ਉਹ ਚੇਲੇ ਮਨ ਨੂੰ ਉਹਦੇ ਚਰਨੀ ਲੱਗਣਾ ਚਾਹੀਦਾ, ਉਹਦੇ ਅਨੁਸਾਰ ਹੋ ਕੇ ਵਰਤੇ। ਏਕ ਅਚੰਭੋ ਸੁਨੋ ਤੁਮ ਭਾਈ, ਇਸ ਪ੍ਰਕਾਰ ਫਿਰ ਗੁਰੂ ਉਪਦੇਸ਼ ਦਿੰਦੇ ਆ ਇੱਕ ਅਚਰਜ ਰੂਪ ਹੈ ਉਸ ਨੂੰ ਸਰਵਣ ਕਰੋ ਹੈ ਭਾਈ ਤੁਸੀਂ। ਦੇਖਤ ਸਿੰਘ ਚਰਾਵਤ ਗਾਈ, ਸੁਧ ਹੰਕਾਰ ਰੂਪੀ ਸ਼ੇਰ ਵੇਖੀਦਾ ਹੈ, ਇੰਦਰੀਆਂ ਰੂਪੀ ਗਾਈਆਂ ਦੇ ਤਾਈ ਸਤਸੰਗਤ ਰੂਪੀ ਬਾਗ ਵਿੱਚ ਲਿਜਾ ਕੇ ਸੋਗੁਣਾ ਰੂਪੀ ਘਾਸ ਚੁਗਾ ਰਿਹਾ ਹੈ। ਰਹਾਉ ਜਲ ਕੀ ਮਛਲੀ ਤਰਵਰ ਬਿਆਈ, ਅਤੇ ਜਲ ਜੋ ਪਦਾਰਥਾਂ ਰੂਪੀ ਜਲ ਦੀ ਮੱਛੀ ਸੀ ਇਹ ਜਿੰਦ ਬੁੱਧ ਇਹ ਸਾਧ ਸੰਗਤ ਰੂਪੀ ਤਰਵਰ ਬਿਰਸ਼ ਦੇ ਉੱਤੇ ਪ੍ਰਸੂਤਾ ਭਾਗ ਨੂੰ ਪ੍ਰਾਪਤ ਹੋਈ ਹੈ। ਇਹ ਸਰਵਣ ਮੰਨਣ ਅਭਿਆਸਨ ਰੂਪ ਇਹ ਬੱਚੇ ਦਿੱਤੇ ਹਨ। ਦੇਖਤ ਕੁਤਰਾ ਲੈ ਗਈ ਬਿਲਾਈ, ਦੇਖੀ ਗਿਆ ਹੈ ਕੁਤਰਾ ਲੈ ਗਈ ਬੁਲਾਈ, ਕੁਤਰਾ ਲੋਹ ਰੂਪੀ ਕੁੱਤੇ ਦੇ ਤਾਈ ਬੁਲਾਈ ਸੰਤੋਖ ਦੀ ਬਿਰਤੀ ਰੂਪ ਬਿੱਲੀ ਲੈ ਗਈ ਹੈ। ਤਲੈ ਰੇ ਬੈਸਾ ਉਪਰ ਸੂਲਾ, ਤਲੇ ਰੇ ਬੈਸਾ ਉੱਪਰ ਸੂਲਾ, ਥੱਲੇ ਰਹਿ ਗਈਆਂ ਮੰਦ ਵਾਸ਼ਨਾ ਤੇ ਉੱਪਰ ਸੂਲ ਮੁੱਢ ਰੂਪ ਜੋ ਪਰਮੇਸ਼ਵਰ ਹੈ ਉਸ ਦੀ ਪ੍ਰਾਪਤੀ ਦੀਆਂ ਸੋ ਬਾਸਨਾ ਉੱਪਰ ਹੋ ਗਈਆਂ। ਤਿਸ ਕੈ ਪੇੜ ਲੱਗੇ ਫਲ ਫੂਲਾ, ਉਸ ਪੇੜ ਸਰੀਰ ਅੰਤਾ ਕਰਨ ਦੇ ਅੰਦਰ ਫਲ ਲਾਗੇ ਗਿਆਨ ਰੂਪ, ਫੁੱਲ ਲਾਗੇ ਧਰਮ ਰੂਪ। ਘੋੜਾ ਚਰ ਭੈਸ ਚਰਾਵਨ ਜਾਈ, ਫਿਰ ਉਹ ਚਿੱਤ ਰੂਪੀ ਘੋੜੇ ਦੇ ਚੜ ਕਰਕੇ ਭੈਸ ਅੱਗੇ ਭੈ ਦੇ ਸੰਯੁਕਤ ਸੀ, ਹੁਣ ਗੁਰਾਂ ਦੇ ਭੈ ਦੇ ਸੰਯੁਕਤ ਹੋ ਕਰਕੇ ਚਰਾਵਨ ਜਾਈ ਸਤਸੰਗਤ ਦੇ ਵਿੱਚ ਸੁਗੁਣਾ ਰੂਪੀ ਚਾਰੇ ਦੇ ਤਾਂ ਚਰਾਉਣ ਵਾਸਤੇ ਜਾਂਦਾ ਹੈ। ਬਾਹਰ ਬੈਲ ਗੂਣ ਘਰ ਆਈ, ਕਹਿੰਦੇ ਆ ਆਲਸ ਰੂਪੀ ਬੈਲ ਬਾਹਰ ਰਹਿ ਗਿਆ
ਤੇ ਗਿਆਨ ਰੂਪੀ ਗੂਣ ਘਰ ਅੰਤਾ ਕਰਨ ਦੇ ਅੰਦਰ ਆ ਗਈ। ਕਹਿਤ ਕਬੀਰ ਜੋ ਇਸ ਪਦ ਬੂਝੈ, ਸਾਹਿਬ ਕਬੀਰ ਜੀ ਕਹਿੰਦੇ ਜਿਹੜਾ ਇਸ ਪਦ ਦੇ ਤਾਈਂ ਬੁੱਝ ਲਏਗਾ, ਸਮਝ ਲਵੇਗਾ, ਰਾਮ ਰਾਮ ਤੋ ਤਿਸ ਸਭ ਕਿਛ ਸੂਝੈ। ਰਾਮ ਦਾ ਨਾਮ ਉਚਾਰਨੇ ਕਰਕੇ ਉਹਨੂੰ ਸਭ ਕੁਝ ਦਿਸਿਆ ਆਵੇਗਾ, ਪਰਮਾਰਥ ਦਾ ਗਿਆਨ ਹੋ ਜਾਏਗਾ। ਪਹਿਲਾ ਪੂਤ ਪਿਛੈ ਰੀ ਮਾਈ, ਇਹਦੇ ਵਿੱਚ ਸਾਖੀਆਂ ਦੇ ਅਰਥ ਇਸ ਪ੍ਰਕਾਰ ਹੈ। ਇੱਕ ਵਾਰੀ ਦੀ ਗੱਲ ਹੈ ਕਿ ਉਹ ਦਿਆਲਕ ਮੁਨੀ ਜਿਹੜਾ ਸੀ, ਉਹ ਨਦੀ ਦਾ ਜਲ ਜਿੱਧਰੋਂ ਆਉਂਦਾ ਉਸ ਪਾਸੇ ਬੈਠਾ ਸੀ। ਉਰਵਸੀ ਪਛੜਾ ਇਸ਼ਨਾਨ ਕਰਨ ਵਾਸਤੇ ਨਦੀ ਤੇ ਆਈ ਸਰਜੂ ਤੇ ਉਹ ਜਦੋਂ ਇਸ਼ਨਾਨ ਕਰਨ ਵਾਸਤੇ ਆਈ, ਮੁਨੀ ਦਾ ਜਿਹੜਾ ਚਿੱਤ ਸੀ ਸਾਫ਼ ਨਾ ਰਿਹਾ। ਸਾਫ਼ ਨਾ ਰਹਿਣੇ ਕਰਕੇ ਮੁਨੀ ਦਾ ਜਿਹੜਾ ਧਾਤੂ ਸੀ ਚੱਲ ਗਿਆ। ਇਸ ਨੇ ਫੁੱਲਾਂ ਦੇ ਡੂਨੇ 'ਚ ਪਾ ਕੇ ਨਦੀ ਦੇ ਵਿੱਚ ਤਾਰ ਦਿੱਤਾ ਅਤੇ ਉਸ ਨਦੀ ਦੇ ਉੱਤੇ ਰਾਜਾ ਰਘੂ ਰਾਜਾ ਦੀ ਪੁੱਤਰੀ ਚੰਦਰਾਵਤੀ ਇਸ਼ਨਾਨ ਕਰਨ ਵਾਸਤੇ ਸਖੀਆਂ ਸਮੇਤ ਆਈ ਸੀ। ਉਹ ਫੁੱਲਾਂ ਦਾ ਡੂਨਾ ਤਰਿਆ ਆਉਂਦਾ ਵੇਖ ਕਰਕੇ ਉਸ ਨੂੰ ਜਿਸ ਵੇਲੇ ਸੁੰਘ ਲਿਆ, ਸੁੰਘਣ ਤੋਂ ਉਹਦੇ ਗਰਭ ਰਹਿ ਗਿਆ। ਗਰਭ ਦੇ ਵਿੱਚੋਂ ਉਸਦੇ ਜਦੋਂ ਕਲੰਕ ਲੱਗ ਗਿਆ, ਰਾਜੇ ਨੂੰ ਬਣੋਵਾਸ ਦੇ ਦਿੱਤਾ ਕਿ ਮੇਰੀ ਪੁੱਤਰੀ ਨੂੰ ਕਲੰਕ ਲੱਗ ਗਿਆ ਹੈ, ਇਹ ਕੁਆਰ ਪੱਤ ਨੇ ਆਪਦੇ ਜੀਵਨ ਨੂੰ ਵਿਗਾੜ ਲਿਆ। ਇਸ ਨੇ ਉਸ ਵੇਲੇ ਆਪਣੇ ਸੱਚ ਦੇ ਉੱਤੇ ਪਛਤਾਵਾ ਕਰਕੇ ਕਿ ਮੈਂ ਤਾਂ ਕਿਸੇ ਪੁਰਖ ਵੱਲ ਵੀ ਬੁਰੀ ਨਿਗਾਹ ਨਾਲ ਤੱਕਿਆ ਨਹੀਂ, ਇਹ ਮੈਨੂੰ ਗਰਭ ਕਿਉਂ ਹੋ ਗਿਆ ਹੈ। ਉਸ ਵਕਤ ਇਸ ਨੇ ਜਦੋਂ ਵਕਤ ਪੂਰਾ ਹੋ ਗਿਆ, ਉਸ ਵੇਲੇ ਕਿਹਾ ਹੈ ਖੋਟੇ ਪੁਰਖ ਜਿਸ ਤਰ੍ਹਾਂ ਤੂੰ ਪ੍ਰਵੇਸ਼ ਹੋਇਆ ਉਸ ਤਰ੍ਹਾਂ ਜਨਮ ਧਾਰ, ਫਿਰ ਨਾਸਾਂ ਥਾਣੀਆਂ ਜੰਮਿਆ, ਨਾਸਕੇਤ ਇਹਦਾ ਨਾਮ ਪਿਆ। ਉਸ ਨਾਸਕੇਤ ਦੇ ਤਾਈਂ ਫਿਰ ਨਦੀ 'ਚ ਡੂਨਾ ਬਣਾ ਕੇ ਇਸ ਨੇ ਤੁਲਾ ਬਣਾ ਕੇ ਤਾਰ ਦਿੱਤਾ। ਜਿੱਧਰ ਨੂੰ ਇਹ ਪਾਣੀ ਜਾ ਰਿਹਾ ਸੀ ਸਰਜੂ ਨਦੀ ਦਾ, ਉਸ ਪਾਸੇ ਉਹ ਲੜਕੀ ਨੂੰ ਤਾਰ ਕੇ ਉਦਾਸ ਜੀ ਹੋਈ ਤੁਰੀ ਫਿਰਦੀ ਹੈ। ਉਹ ਲੜਕਾ ਰੋੜ ਦਿੱਤਾ ਤੇ ਰਿਸ਼ੀਆਂ ਦੀ ਸਭਾ ਲੱਗੀ, ਜਿੱਧਰ ਨੂੰ ਪਾਣੀ ਜਾਂਦਾ ਸੀ। ਉਹ ਦਿਆਲਕ ਮੁਨੀ ਸਮੇਤ ਸਾਰੇ ਬੈਠੇ ਸੀ। ਨਾਰਦ ਮੁਨੀ ਕਹਿਣ ਲੱਗਾ, ਲੈ ਵੀ ਇਹ ਤੇਰਾ ਪੁੱਤਰ ਆ ਗਿਆ। ਉਹ ਕਹਿੰਦਾ ਮੈਂ ਤਾਂ ਗ੍ਰਸਤ ਨਹੀਂ ਕੀਤਾ। ਨਾਰਦ ਨੂੰ ਦੱਸਿਆ ਵੀ ਤੇਰਾ ਚਿੱਤ ਡੋਲ ਗਿਆ ਸੀ, ਉਸ ਵੇਲੇ ਦੀ ਧਾਤੂ ਕਰਕੇ ਤੇਰਾ ਬੱਚਾ ਪੈਦਾ ਹੋਇਆ ਹੈ, ਰਾਜੇ ਰਘੂ ਦੀ ਪੁੱਤਰੀ ਦੇ ਪੇਟੋਂ ਪੈਦਾ ਹੋਇਆ ਹੈ। ਇਸ ਪ੍ਰਕਾਰ ਹੈ ਉਹ ਪੁੱਤਰ ਲੈ ਕੇ ਉਹ ਦਿਆਲਕ ਮੁਨੀ ਨੂੰ ਪਾਲ ਲਿਆ। ਜਿਸ ਵੇਲੇ ਪਾਲ ਲਿਆ, ਤਗੜਾ ਹੋ ਗਿਆ। ਤਗੜਾ ਹੋਣ ਤੋਂ ਬਾਅਦ ਇਹ ਰਿਸ਼ੀ ਦੀ ਸੇਵਾ ਕਰਿਆ ਕਰ, ਰਿਸ਼ੀ ਦਾ ਮੋਹ ਪੈ ਗਿਆ। ਇਹ ਮਾਤਾ ਵੀ ਇਹਦੀ ਉਦਾਸ ਹੋਈ, ਨਦੀ ਦੇ ਕਿਨਾਰੇ ਕਿਨਾਰੇ ਆਈ ਤੇ ਉਸ ਵੇਲੇ ਉਹ ਦਿਆਲਕ ਨੂੰ ਕਿਹਾ, ਜਾ ਕਾਕਾ ਆਪਦੀ ਮਾਤਾ ਨੂੰ ਸੱਦ ਲਿਆ। ਉਸ ਵੇਲੇ ਕਹਿਣ ਲੱਗਾ ਨਾਸਕੇਤ ਕਿ ਮਾਤਾ ਤੈਨੂੰ ਮੇਰਾ ਪਿਤਾ ਬੁਲਾ ਰਿਹਾ ਹੈ। ਉਸ ਵੇਲੇ ਇਸ ਨੇ ਸਾਰੀ ਗੱਲ ਪੁੱਛੀ। ਇਹ ਪੁੱਛਣ ਤੋਂ ਉਸ ਨੇ ਦੱਸਿਆ। ਫਿਰ ਰਿਸ਼ੀਆਂ ਨੇ ਇਹਦੇ ਨਾਲ ਨਾਤਾ ਕਰਤਾ ਸੀ। ਉਹ ਦਿਆਲਕ ਮੁਨੀ ਨੂੰ ਉਹ ਰਘੂ ਰਾਜੇ ਦੀ ਪੁੱਤਰੀ ਜਿਹੜੀ ਚੰਦਰਾਵਤੀ ਸੀ ਵਿਆਹਤੀ ਸੀ। ਇਸ ਪ੍ਰਕਾਰ ਇਹ ਪ੍ਰਸੰਗ ਹੈ। ਕਹਿੰਦੇ ਹਨ ਪਹਿਲਾ ਪੂਤ ਪਿਛੈ ਰੀ ਮਾਈ, ਪਹਿਲਾਂ ਵੇਖੋ ਪੁੱਤਰ ਰੋੜਿਆ ਹੋਇਆ ਤੁਲੇ ਵਿੱਚ ਆ ਗਿਆ ਸੀ, ਪਿੱਛੋਂ ਉਹਦੀ ਮਾਤਾ ਆ ਕੇ ਪ੍ਰਾਪਤ ਹੋ ਗਈ ਹੈ। ਇਸ ਪ੍ਰਕਾਰ ਸਾਖੀ ਹੋਈ। ਗੁਰ ਲਾਗੋ ਚੇਲੇ ਕੀ ਪਾਈ, ਅਤੇ ਗੁਰੂ ਜਿਹੜਾ ਮਸ਼ਿੰਦਰ ਸੀ, ਜਿਸ ਵੇਲੇ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਜਿਹੜਾ ਗੁਰੂ ਮਸ਼ਿੰਦਰਨਾਥ ਹੈ ਉਹ ਅਮਰੂ ਨਾਮੇ ਰਾਜੇ ਦੀ ਮਹਾਰਾਜ ਦੇਹ ਵਿੱਚ ਮੁਰਦੇ ਜਾ ਕੇ ਪਦਮਣੀ ਦੇ ਲਾਲ 'ਚ ਜਾ ਕੇ ਸੰਗਲਾਦੀ 'ਚ ਪ੍ਰਵੇਸ਼ ਹੋ ਗਿਆ ਹੈ, ਉਹਦਾ ਭਲਾ ਕਰੋ। ਮਹਾਰਾਜ ਕਹਿੰਦੇ ਜਾ ਜਗਾ ਕੇ ਲਿਆ। ਜਦੋਂ ਗਿਆ ਜਗਾਉਣ ਵਾਸਤੇ ਉਹਨੂੰ ਕਿਹਾ ਸੀ ਜੋਗੀ ਮੇਰੇ ਅੰਦਰ ਕੰਨ ਪਾਟਾ ਕੋਈ ਰਾਜ ਦੇ ਅੰਦਰ ਨਾ ਆਵੇ। ਇਸ ਕੰਨ ਆਪਦੇ ਲੁਕੋ ਕੇ ਤਬਲਾ ਸਿੱਖਿਆ। ਤਬਲਾ ਜਦੋਂ ਸਿੱਖ ਲਿਆ, ਉਹ ਕਹਿੰਦਾ ਤਬਲੇ ਵਾਲਾ ਖੁਸ਼ ਹੋ ਕੇ ਕਹਿੰਦਾ ਵੀ ਤਬਲਾ ਅੱਜ ਰਾਜੇ ਦੀ ਸਭਾ 'ਚ ਵਜਾਉਣ ਵਾਲਾ ਹੈ। ਕਹਿੰਦਾ ਵੀ ਲੈ ਚੱਲ। ਇਹ ਲੈ ਗਿਆ। ਉਸ ਵੇਲੇ ਜਾ ਕੇ ਗੋਰਖਨਾਥ ਨੇ ਐਸਾ ਤਬਲਾ ਬਚਾਇਆ। ਇਹ ਜਿਹੜਾ ਮਸ਼ਿੰਦਰ ਅਮਰੂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਹੋਇਆ ਸੀ, ਪਰ ਕਾਇਮ ਪ੍ਰਵੇਸ਼, ਉਹ ਬੜਾ ਖੁਸ਼ ਹੋ ਗਿਆ, ਮਸਤ ਹੋ ਗਿਆ। ਮਸਤ ਹੋਇਆ ਜਦੋਂ ਫਿਰ ਇਹਨੇ ਛਾਪ ਲਾ ਕੇ ਬੋਲਿਆ ਜਾਗ ਮਸ਼ਿੰਦਰਾ ਗੋਰਖ ਆਏ। ਕਿਉਂ ਕਹਿ ਜਾਗ ਪਾ ਮਸ਼ਿੰਦਰਾ, ਤੂੰ ਆਪਦੀ ਦੇਹ ਨਦੀ ਦੇ ਕਿਨਾਰੇ ਸਿੱਟਿਆ ਹੈ ਤੇ ਇੱਥੇ ਰਾਜੇ ਦੀ ਮੁਰਦੇ ਦੇਹ 'ਚ ਪਿਆ ਹੈ। ਉਸ ਵੇਲੇ ਮਸ਼ਿੰਦਰ ਨੂੰ ਬੜੀ ਸ਼ਰਮ ਆਈ। ਉਹ ਰਾਜ ਨੂੰ ਛੱਡ ਕੇ ਉਸ ਦੇਹ ਨੂੰ ਮੁਰਦਾ ਕਰਕੇ ਫਿਰ ਉੱਥੇ ਆਇਆ। ਉੱਥੇ ਇਹ ਕਹਿਣ ਲੱਗਾ ਕਿ ਤੂੰ ਮੇਰਾ ਗੁਰੂ ਹੈ ਹੁਣ, ਤੇ ਮੈਂ ਤੇਰਾ ਚੇਲਾ ਹੈ। ਗੋਰਖਨਾਥ ਦੇ ਪੈਰੀਂ ਪੈ ਗਿਆ ਸੀ ਮਸ਼ਿੰਦਰਨਾਥ। ਗੋਰਖਨਾਥ ਕਹਿੰਦਾ ਵੀ ਮੇਥੋਂ ਨਹੀਂ ਤੈਨੂੰ ਉਪਦੇਸ਼ ਬਣਦਾ, ਗੁਰੂ ਨਾਨਕ ਸਾਹਿਬ ਕੋਲੇ ਚੱਲ। ਫਿਰ ਗੁਰੂ ਨਾਨਕ ਸਾਹਿਬ ਦੇ ਕੋਲੇ ਲਿਆਇਆ ਸੀ। ਮਹਾਰਾਜ ਨੇ ਕਹੀ ਜਾਗ ਮਸ਼ਿੰਦਰਾ। ਉਸ ਵੇਲੇ ਬਚਨ ਕਹੇ ਸੁਣ ਮਸ਼ਿੰਦਰਾ ਨਾਨਕ ਬੋਲੇ,
वसगत पंच करे न डोले, ऐसी योग युगत को पाले। आमर इस प्रकार ਦੀਆਂ ਤੁਕਾਂ ਆਉਂਦੀਆਂ ਰਾਮਕਲੀ 'ਚ। ਉਸ ਵੇਲੇ ਮਛਿੰਦਰਨਾਥ ਨੂੰ ਗੁਰੂ ਨਾਨਕ ਸਾਹਿਬ ਨੂੰ ਉਪਦੇਸ਼ ਦਿੱਤਾ ਸੀ ਕਿਉਂ ਇਹ ਗੁਰੂ ਬਣ ਕੇ ਨਾ ਮਛਿੰਦਰਨਾਥ ਕੇਲੇ ਗੋਰਖ ਦੇ ਪੈਰੀਂ ਪਿਆ ਸੀ, ਉਹ ਤੋਂ ਭੁੱਲ ਮਨਾਈ ਸੀ। ਦੂਸਰਾ ਤਰਲੋਚਨ ਗੁਰੂ ਸੀ ਨਾ ਧੰਨੇ ਦਾ, ਦੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਰ ਛਡਾਵੇ। ਫਿਰ ਜਿਸ ਵੇਲੇ ਧੰਨੇ ਨੂੰ ਮਹਾਰਾਜ ਦਰਸ਼ਨ ਹੋਏ ਸੀ, ਧੰਨਾ ਕਹਿੰਦਾ ਉਹ ਵੇਖੋ ਸਾਵੀ ਗਊ ਨੂੰ ਮੇਰੀ ਨੂੰ ਮੋੜ ਰਹੇ ਹੈ, ਭਗਵਾਨ ਹੱਸ ਰਹੇ ਆ ਮੇਰੇ ਵੱਲ। ਇਹ ਤਰਲੋਚਨ ਪੈਰੀ ਪੈ ਗਿਆ, ਕਹਿੰਦਾ ਧੰਨਿਆ ਮੇਰੀਆਂ ਅੱਖਾਂ ਨਹੀਂ, ਤੂੰ ਵੇਖ ਰਿਹਾ ਮੈਨੂੰ ਦਿਖਾ। ਉਸ ਵੇਲੇ ਤਰਲੋਚਨ ਦੇ ਤਾਈ ਧੰਨੇ ਨੂੰ ਮਹਾਰਾਜ ਦੇ ਦਰਸ਼ਨ ਕਰਾਏ ਸੀ। ਉਸ ਵੇਲੇ ਧੰਨੇ ਨੂੰ ਮਹਾਰਾਜ ਨੇ ਕਿਹਾ ਸੀ ਇਹਨ ਤੈਨੂੰ ਪੱਥਰ ਵੜੇਟ ਕੇ ਮਖੌਲ ਕੀਤਾ, ਇਹਨੂੰ ਨਹੀਂ ਮੈਂ ਦਰਸ਼ਨ ਦੇਣੇ। ਇਹਨ ਕਿਹਾ ਮਹਾਰਾਜ ਜੇ ਨਾ ਦਰਸ਼ਨ ਤੇ ਤਾਂ ਫਿਰ ਮੇਰੀ ਭਗਤੀ ਦਾ ਕੀ ਫਲ ਹੋਇਆ। ਧੰਨੇ ਨੂੰ 1100 ਜਨਮ ਪਿੱਛੇ ਧਾਰਨਾ ਪਿਆ ਸੀ ਤੇ ਇਸ ਜਨਮ ਵਿੱਚ ਮਹਾਰਾਜ ਦੀ ਪ੍ਰਾਪਤੀ ਹੋਈ ਸੀ। ਉਸ ਵੇਲੇ ਹੋਏ ਵਿਚੋਲਾ ਆਣ ਮਿਲਾਵੇ, ਵਿਚੋਲਾ ਬਣ ਕੇ ਮਿਲਾਤਾ ਧੰਨੇ ਨੇ ਤਰਲੋਚਨ ਨੂੰ ਦਰਸ਼ਨ ਕਰਾਤੇ ਸੀ। ਕਿਉਂ ਤਰਲੋਚਨ ਗੁਰੂ ਬਣਦਾ ਸੀ ਨਾ ਇਹਨੂੰ ਠਾਕਰ ਦੇਣ ਵਾਲਾ, ਇਹ ਪੈਰੀ ਪਿਆ ਧੰਨੇ ਦੇ ਤੇ ਫਿਰ ਮਹਾਰਾਜ ਦਰਸ਼ਨ ਇਹਨੂੰ ਹੋਏ ਸਨ। ਇਉਂ ਗੁਰ ਲਾਗੋ ਚੇਲੇ ਕੀ ਪਾਈ ਗਾਂ, ਗੁਰ ਲਾਗੋ ਚੇਲੇ ਕੀ ਪਾਈ। ਗੁਰੂ ਜਿਹੜਾ ਸੀ ਤਰਲੋਚਨ ਕਹਾਉਂਦਾ ਉਹ ਚੇਲੇ ਧੰਨੇ ਦੀ ਪੈਰੀ ਲੱਗਾ। ਏਕ ਅਚੰਭੋ ਸੁਨੋ ਤੁਮ ਭਾਈ। ਇੱਕ ਹੋਰ ਅਚਰਜ ਹੈ, ਸੁਣੋ ਮੇਰੇ ਭਰਾਵੋ। ਦੇਖਤ ਸਿੰਘ ਚਰਾਵਤ ਗਾਈ। ਇਹ ਸ਼ੇਰ ਸਾਧ ਸੰਗਤ ਜੀ ਜਿਸ ਵੇਲੇ ਭਾਈ ਬਿਧੀ ਚੰਦ ਜੀ ਗਏ ਹਨ ਦਿਓ ਨਗਰ ਵਿੱਚ, ਇੱਥੇ ਜਿਹੜਾ ਸੁੰਦਰ ਸ਼ਾਹ ਫਕੀਰ ਸੀ ਉਹਦਾ ਸ਼ੇਰ ਗਾਈਆਂ ਚਾਰਿਆ ਕਰਦਾ ਸੀ। ਭਾਈ ਸਾਹਿਬ ਦੇ ਤਾਈਂ ਡਰਾਉਣ ਵਾਸਤੇ ਬਿਧੀ ਚੰਦ ਦੇ ਉੱਤੇ ਸ਼ੇਰ ਤੇ ਚੜ੍ਹ ਕੇ ਆਇਆ। ਭਾਈ ਜਦੋਂ ਝਾਕਿਆ ਸ਼ੇਰ ਬਿੱਲੀ ਵਾਂਗੂ ਹੋ ਗਿਆ, ਸ਼ਹਿ ਕੇ ਡਿੱਗ ਪਿਆ। ਫਿਰ ਸੁੰਦਰ ਸ਼ਾਹ ਨੂੰ ਪੈਰ ਪਕੜੇ ਸੀ। ਇਉਂ ਸੁੰਦਰ ਸ਼ਾਹ ਦਾ ਸ਼ੇਰ ਜਿਹੜਾ ਸੀ ਉਹ ਗਾਈਆਂ ਨੂੰ ਚਾਰਦਾ ਵੇਖੀਦਾ ਸੀ। ਇਸੇ ਪ੍ਰਕਾਰ ਬੁੱਢਣ ਸ਼ਾਹ ਦਾ ਜਿਹੜਾ ਸ਼ੇਰ ਸੀ ਉਹ ਬੱਕਰੀਆਂ ਨੂੰ ਚਾਰਦਾ ਸੀ, ਜੋ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਇਉਂ ਸ਼ੇਰ ਕਹਿੰਦੇ ਗਾਈਆਂ ਨੂੰ ਚਾਰਦਾ ਵੇਖੀਦਾ। ਇੱਕ ਗਊ ਤੇ ਸਿੰਘ ਦੀ ਕਥਾ ਹੁੰਦੀ ਹੈ। ਇੱਕ ਲੰਮੀ ਗਊ ਸੀ, ਉਸ ਨੂੰ ਸ਼ੇਰ ਮਾਰਨ ਲੱਗਾ, ਬਾਕੀ ਦਾ ਬੱਗ ਭੱਜ ਗਿਆ। ਉਸ ਵੇਲੇ ਜੋ ਮਾਰਨ ਲੱਗਾ ਗਊ ਨੇ ਕਿਹਾ ਵੀ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਇਆ ਵਾਂ, ਮੇਰਾ ਪਰਨ ਹੈ, ਮੈਂ ਤੇਰੇ ਕੋਲ ਫਿਰ ਆ ਜਾਵਾਂਗੀ। ਇਹ ਕਹਿਣ ਲੱਗਾ ਮੇਰੀ ਮਾਰ ਚੋਂ ਨਿਕਲ ਕੇ ਤੂੰ ਕਦੇ ਆ ਸਕਦੀ ਨਹੀਂ। ਕਹਿੰਦੇ ਪਰਨ ਮੈਂ ਕਰਦੀ ਹੈ। ਪਰਨ ਕਰਕੇ ਗਊ ਚਲੀ ਗਈ, ਬੱਚੇ ਨੂੰ ਦੁੱਧ ਚੁੰਘਾ ਕੇ ਜਦੋਂ ਆਉਣ ਲੱਗੀ ਲੋਕਾਂ ਨੇ ਕਿਹਾ ਇਹ ਗਊ ਕਿਉਂ ਚੱਲੀ ਹੈ? ਕਹਿਣ ਲੱਗੀ ਮੇਰਾ ਪਰਨ ਹੈ, ਮੈਂ ਤਾਂ ਜਾਣਾ। ਉਸ ਵੇਲੇ ਜਦੋਂ ਇਹ ਆ ਗਈ ਗਊ ਫੇਰ ਲੰਮੀ, ਕਹਿਣ ਲੱਗੀ ਲੈ ਸ਼ੇਰ ਖਾ ਲਾ ਮੈਨੂੰ। ਇਹ ਕਹਿਣ ਲੱਗਾ ਤੂੰ ਮੇਰੀ ਸ਼ਰਨ ਆ ਗਈ ਹੈ, ਮੈਂ ਨਹੀਂ ਤੈਨੂੰ ਖਾਣਾ। ਫਿਰ ਉਸ ਵੇਲੇ ਸ਼ੇਰ ਦੇ ਕੋਲੇ ਹੀ ਰਿਹਾ ਕਰੇ ਤੇ ਗਊ ਨੂੰ ਉਹ ਚਾਰਿਆ ਕਰੇ ਤੇ ਗਊ ਚਾਰ ਕੋਠੀ ਚਾਰਾ ਚੁੱਕ ਕੇ ਨਾ ਲਿਆ ਕਰੇ। ਇਸ ਪ੍ਰਕਾਰ ਸਾਧ ਸੰਗਤ ਜੀ ਸ਼ੇਰ ਸਿੰਘ ਤੇ ਗਊ ਦੀ ਕਥਾ ਹੁੰਦੀ ਹੈ ਪੁਸਤਕ 'ਚ। ਕਿਉਂ ਸ਼ੇਰ ਦੇਖੀਦਾ ਸੀ ਗਊ ਨੂੰ ਚਾਰਦਾ ਹੋਇਆ। ਰਹਾਉ ਜਲ ਕੀ ਮਛਲੀ ਤਰਵਰ ਵਿਆਈ। ਇਸੇ ਪ੍ਰਕਾਰ ਕਹਿੰਦੇ ਜਲ ਕੀ ਮਛਲੀ ਤਰਵਰ ਵਿਆਈ। ਜਲ ਦੀ ਜਿਹੜੀ ਮੱਛੀ ਸੀ ਇਹ ਬਿਰਸ਼ ਦੇ ਵਿੱਚ ਪੈਦਾ ਵਿਆਹੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਜਲ ਦੇ ਵਿੱਚ ਰਹਿਣ ਵਾਲੀ ਜਿਵੇਂ ਨਹਿਰਾਂ ਵਿੱਚ ਟਾਹਲੀਆਂ ਲੁਕੀਆਂ ਹੁੰਦੀਆਂ ਨਾ, ਪਰੂਬਲਾਂ ਜੀਆਂ ਉਹਨਾਂ ਦੀਆਂ ਕੁੰਬਲਾਂ ਜੀਆਂ, ਤੇ ਪਾਣੀ ਉੱਤੋਂ ਦੀ ਲੰਘਦਾ ਹੁੰਦਾ ਹੈ। ਇਸ ਪ੍ਰਕਾਰ ਮੱਛੀ ਜਲ 'ਚ ਰਹਿਣ ਵਾਲੀ ਜਿਹੜੇ ਬਿਰਸ਼ ਦੀਆਂ ਡਾਲੀਆਂ ਵਿੱਚ ਪਾਣੀ ਦੇ ਢਕੀਆਂ ਹੋਈਆਂ ਸੀ ਉਸ ਬਿਰਸ਼ ਦੇ ਨਾਲ ਆਪਣੇ ਬੱਚੇ ਦੇ ਦਿੱਤੇ। ਵੀ ਕੋਈ ਕੀ ਅਚਰਜ ਹੈ। ਦੇਖਤ ਕੁਤਰਾ ਲੈ ਗਈ ਬਿਲਾਈ। ਅਤੇ ਕੁੱਤੇ ਦੇ ਤਾਈ ਆ ਬਾਹਰ ਬਿੱਲੇ ਜਿਹੜੇ ਹੁੰਦੇ ਆ ਕਤੂਰੇ ਚੱਕ ਲੈ ਜਾਂਦੇ, ਕੋਈ ਬੜੀ ਅਚਰਜਤਾਈ ਦੀ ਗੱਲ ਨਹੀਂ। ਕਹਿੰਦੇ ਕੁੱਤੇ ਕਤੂਰੇ ਨੂੰ ਬਿੱਲੀ ਲੈ ਗਈ ਚੱਕ ਕੇ। ਤਲੇ ਰੇ ਬੈਸਾ ਉੱਪਰ ਸੂਲਾ। ਕਹਿੰਦੇ ਤਲੇ ਰੇ ਬੈਸਾ ਉੱਪਰ ਸੂਲਾ, ਥੱਲੇ ਆ ਬੈਸ ਡਾਣੀਆਂ ਤੇ ਸੂਲ ਮੁੱਢ ਉੱਪਰ ਹੈ। ਕਟਾਰ ਬਿਰਸ਼ ਹੁੰਦੇ ਹੈ, ਉਹਦਾ ਮੁੱਢ ਤਹਾਂ ਨੂੰ ਹੁੰਦਾ ਹੈ ਤੇ ਡਾਣੀਆਂ ਠਾਂ ਨੂੰ ਹੁੰਦੀਆਂ। ਇਹ ਕਟਾਰ ਬਿਰਸ਼ ਇਸ ਤਰ੍ਹਾਂ ਦੇ ਨਮੂਨੇ ਦਾ ਹੁੰਦਾ ਹੈ। ਤਿਸ ਕੈ ਪੇੜ ਲੱਗੇ ਫਲ ਫੂਲਾ। ਉਹਦੇ ਪੇੜ ਮੁੱਢ ਨੂੰ ਫਿਰ ਫਲ ਤੇ ਫੁੱਲ ਵੀ ਲੱਗੇ ਹੁੰਦੇ। ਕਟਾਰ ਨੂੰ ਬੜੇ ਬੜੇ ਫਲ ਲੱਗਦੇ ਹਨਗੇ। ਇਸੇ ਪ੍ਰਕਾਰ ਆਦਮੀ ਸਮਝ ਲਓ ਤਲੇ ਦੇ ਪੜੋ ਤਲੇ ਰੇ ਬੈਸਾ। ਇਹਦੀਆਂ ਡਾਣੀਆਂ ਹੱਥ ਪੈਰ ਥੱਲੇ ਨੂੰ ਕਿਨੂੰ ਹੈ ਕਿ ਨਹੀਂ ਆਦਮੀ ਦੇ ਉੱਪਰ ਸੂਲਾ। ਸੂਲ ਕੌਣ? ਮੁੱਢ ਸਿਰ ਉਧਲੇ ਪਾਸੇ ਵੇਖ ਲਓ ਆਦਮੀ ਦਾ। ਜਿਸ ਕੈ ਪੇੜ ਲੱਗੇ ਫਲ ਇਹਦੇ ਫੂਲਾ। ਪੁੱਤਰ ਧੀਆਂ ਫਲ ਫੁੱਲ ਇਹ ਪੁੰਨਦਾਨ ਕਰਦਾ, ਇਹ ਸਭ ਇਹਨੂੰ ਹੀ ਲੱਗੇ ਹੋਏ ਇਹਨਾਂ ਦੇ ਲੋ ਚਿੰਬੜੀਆਂ ਹੋਈਆਂ ਚੀਜ਼ਾਂ। ਘੋੜਾ ਚਰ ਭੈਸ ਚਰਾਵਨ ਜਾਈ। ਇਹ ਘੋੜੇ ਤੇ ਚੜ੍ਹ ਕੇ ਕਹਿੰਦੇ ਮਈਆਂ ਚਾਰਨ ਜਾਂਦਾ ਹੁੰਦਾ ਸੀ। ਉੱਥੇ ਮੈਂ ਨੇ ਕੱਟੀ ਦੇ ਦਿੱਤੀ
ਉਹ ਕੱਟੀ ਨੂੰ ਘੋੜੇ ਤੇ ਲੱਦ ਕੇ ਲਿਆਇਆ। ਇਹਦੇ 'ਚ ਕੀ ਅਚਰਜ ਹੈ? ਜਾਂ ਘੋੜੇ ਤੇ ਚੜ੍ਹ ਕੇ, ਅੱਜ ਕੱਲ੍ਹ ਦੇਖ ਲਓ ਆਮ ਆਪਣੇ ਮਾਝੇ ਲੋਕ ਤਾਂ ਮਈਆਂ ਗਾਈਆਂ ਚਾਰੂ ਜਾਂਦੇ ਹੀ ਘੋੜਿਆਂ ਤੇ ਚੜ੍ਹ ਕੇ। ਬਾਹਰ ਬੈਲ ਗੂਣ ਘਰ ਆਈ। ਬਾਹਰ ਬੈਲ ਗੂਣ ਘਰ ਆਈ, ਕਹਿੰਦੇ ਬਲਦ ਬਾਹਰ ਰਹਿ ਗਿਆ, ਗੂਣ ਘਰ ਆ ਗਈ। ਚੋਰ ਕਬੀਰ ਸਾਹਿਬ ਦੀ ਪੂੰਜੀ ਖੋਹਣ ਲੱਗੇ ਸੀ, ਉਸ ਵੇਲੇ ਬਲਦ ਤਾਂ ਬਾਹਰ ਹੀ ਰਹਿ ਗਿਆ। ਕਬੀਰ ਸਾਹਿਬ ਦੀ ਸ਼ਕਤੀ ਦੇ ਨਾਲ ਗੂਣ ਰਸ ਦੀ ਜਿਹੜੀ ਭਰੀ ਸੀ ਉਹ ਘਰ ਵਿੱਚ ਆ ਗਈ ਕਬੀਰ ਦੇ। ਇਸ ਪ੍ਰਕਾਰ ਇੱਕ ਪੀਪੇ ਭਗਤ ਦੀ ਸਾਖੀ ਹੈ। ਪੀਪੇ ਭਗਤ ਦੇ ਘਰ ਨੂੰ ਲੁੱਟਣ ਲੱਗੇ ਸੀ ਚੋਰ ਜਿਹੜੇ ਸੀ ਸਾਧ ਬਣ ਕੇ, ਤੇ ਉਹ ਗੂਣ ਜਿਹੜੀ ਸੀ ਉਹ ਆ ਗਈ ਘਰ 'ਚ ਸ਼ਕਤੀ ਨਾਲ। ਪੀਪੇ ਭਗਤ ਦੇ ਪਾਸ ਭਗਤੀ ਦੇ ਪ੍ਰਤਾਪ ਕਰਕੇ ਬਲਦ ਬਾਹਰ ਹੀ ਖੜਾ ਰਹਿ ਗਿਆ। ਬਲਦ ਨੂੰ ਫਿਰ ਨਾ ਕੀ ਲੁੱਟਣਾ ਸੀ। ਇਸ ਪ੍ਰਕਾਰ ਇਹ ਸਾਖੀ ਹੈ। ਕਹਿਤ ਕਬੀਰ ਜੋ ਇਸ ਪਦ ਬੂਝੈ। ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਭਾਈ ਇਸ ਪਦ ਵਿਚਾਰ ਨੂੰ ਬੁੱਝ ਲੈਣਗੇ, ਸਮਝ ਲੈਣਗੇ, ਰਾਮ ਰਾਮ ਤੋਂ ਤਿਸ ਸਭ ਕਿਛ ਸੂਝੈ। ਰਾਮ ਦਾ ਨਾਮ ਉਚਾਰਨੇ ਕਰਕੇ ਉਹਨਾਂ ਨੂੰ ਸਭ ਕੁਝ ਦਿਸਿਆ ਆਵੇਗਾ, ਸਮਝ ਪੈ ਜਾਵੇਗੀ। ਬਾਕੀ ਦੇ ਅਰਥਾਂ ਸਾਹਿਬ ਜੀਓ ਆਸਾ ਪਹਿਲਾ ਪੂਤ ਪਿਛੈ ਰੀ ਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ। ਅੰਤਰਯਾਮੀ ਗਰੀਬ ਨਵਾਜ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਪਹਿਲਾ ਪੂਤ ਪਿਛੈ ਰੀ ਮਾਈ। ਇਹ ਸਾਧ ਸੰਗਤ ਜੀ ਕੱਲ੍ਹ ਇੱਕ ਸੇਵਕਾਂ ਵੱਲੋਂ ਕਬੀਰ ਸਾਹਿਬ ਦੇ ਪਾਸ ਕਹੇ, ਕਬੀਰ ਜੀ ਪਰਮੇਸ਼ਰ ਦੀ ਪ੍ਰਾਪਤੀ ਇਸ ਜੀਵ ਨੂੰ ਕਿਸ ਪ੍ਰਕਾਰ ਹੋ ਸਕਦੀ ਹੈ? ਤਾਂ ਸੁਣ ਕੇ ਸਾਹਿਬ ਕਬੀਰ ਜੀ ਪੰਜਵਾਂ ਅਰਥ ਉਚਾਰਨ ਕਰਦੇ ਹਨ। ਪਹਿਲਾ ਪੂਤ ਪਿਛੈ ਰੀ ਮਾਈ। ਪਹਿਲਾਂ ਭਾਈ ਪੂਤ ਨਿਸ਼ਕਾਮ ਕਰਮਾਂ ਕਰਕੇ ਇਸ ਜੀਵ ਨੂੰ ਪਵਿੱਤਰ ਹੋਣਾ ਚਾਹੀਦਾ। ਨਿਸ਼ਕਾਮ ਕਰਮਾਂ ਕਰਕੇ ਅੰਤःਕਰਨ ਦੀ ਸ਼ੁੱਧੀ ਕਰੇ। ਵਿਰਾਗ, ਵਿਵੇਕ, ਖੜ ਸੰਪਤੀ, ਮੋਖ ਇੱਛਾ ਆਦਿਕ ਇਹ ਗੁਣ ਧਾਰਨ ਕਰੇ। ਭਾਣਾ ਮੰਨੇ, ਭੈ ਵਿੱਚ ਚੱਲੇ। ਇਸ ਪ੍ਰਕਾਰ ਪਹਿਲਾਂ ਪਵਿੱਤਰ ਹੋਵੇ। ਪਿਛੈ ਰੀ ਮਾਈ ਅਤੇ ਪਿੱਛੇ ਰੀ ਮਾਈ, ਪਿੱਛੇ ਇਸ ਤੋਂ ਅੰਤःਕਰਨ ਸੁੱਧ ਕਰਕੇ ਫਿਰ ਰੀ ਇੰਦਰੀਆਂ ਦੇ ਵਿਸ਼ਿਆਂ ਤੋਂ ਪਿੱਛੇ ਹੋਵੇ। ਇੰਦਰੀਆਂ ਕਰਕੇ ਅੱਖਾਂ ਦੇ ਨਾਲ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਉਂ ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਹੋਵੇ। ਕਿਸੇ ਦਾ ਬੁਰਾ ਮਨ ਕਰਕੇ ਨਾ ਚਿਤਵੇ, ਸਰੀਰ ਕਰਕੇ ਨਾ ਕਿਸੇ ਦੇ ਨਾਲ ਬੁਰਾਈ ਕਰੇ ਅਤੇ ਇੰਦਰੀਆਂ ਦਾ ਵੀ ਦਮਨ ਕਰੇ। ਇਸ ਪ੍ਰਕਾਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਿੱਛੇ ਹੋ ਜਾਵੇ ਤੇ ਫਿਰ ਮਾਇਆਪਤੀ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਮਾਇਆ ਜੋ ਲੈਣਾ ਮਿੱਟੀ ਚੋਂ ਲੈਣੀ ਸਾਧ ਸੰਗਤ ਜੀ ਇਹ ਪ੍ਰਿਥਵੀ, ਈ ਚੋਂ ਲੈਣੀ ਪੌਣ। ਪੰਜਾਂ ਤੱਤਾਂ ਦੀ ਧਾਰਨਾ ਪ੍ਰਿਥਵੀ ਵਾਂਗੂ ਖਿਮਾ ਰੱਖੇ, ਪੌਣ ਵਾਂਗੂ ਨਿਰਲੇਪ ਰਵੇ। ਇਸ ਪ੍ਰਕਾਰ ਪਾਣੀ ਵਾਂਗੂ ਸ਼ਾਂਤ ਚਿੱਤ ਰਵੇ ਅਤੇ ਆਕਾਸ਼ ਦੀ ਨਹੀਂ ਨਿਰਖੋਭ ਰਵੇ, ਆਕਾਸ਼ ਦੀ ਨਹੀਂ ਪ੍ਰਕਾਸ਼ਮਾਨ ਹੋਵੇ। ਇਉਂ ਪੰਜਾਂ ਤੱਤਾਂ ਦੀ ਧਾਰਨਾ ਕਰਨ ਵਾਲਾ ਹੋਵੇ। ਪਿੱਛੋਂ ਗੁਰ ਲਾਗੂ ਚੇਲੇ ਕੀ ਪਾਈ। ਅਤੇ ਫਿਰ ਗੁਰੂ ਜੋ ਸਤਿਗੁਰੂ ਅੰਤਰਜਾਮੀ ਸਰਵ ਕਲਾ ਸਮਰਾ ਦੀਨ ਦੁਨੀ ਦੇ ਵਾਲੀ ਹੈ, ਜਿਸ ਪ੍ਰਕਾਰ ਚੇਲੇ ਦਾ ਅਧਿਕਾਰ ਹੁੰਦਾ ਹੈ ਗੁਰੂ ਸਾਹਿਬ ਦੇ ਚਰਨੀ ਲੱਗਣਾ ਕਰੇ। ਆਪਣਾ ਆਪ ਗੁਆ ਕਰਕੇ ਆਪ ਗੁਆਏ ਸੇਵਾ ਕਰੇ ਤਾਂ ਕੁਛ ਪਾਏ ਮਾਨ। ਇਉਂ ਗੁਰੂ ਸਾਹਿਬ ਦੇ ਚੇਲੇ ਤਾਂ ਹੀ ਸਿੱਖ ਦੇ ਤਾਂ ਹੀ ਚਾਹੀਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗੇ ਹਰ ਵਕਤ। ਏਕ ਅਚੰਭੋ ਸੁਨੋ ਤੁਮ ਭਾਈ। ਸਤਿਗੁਰੂ ਸਾਹਿਬ ਜਦੋਂ ਅਧਿਕਾਰੀ ਵੇਖਦੇ ਕਿ ਪੂਰਨ ਅਧਿਕਾਰ ਹੈ ਇਸ ਨੂੰ, ਉਸ ਵੇਲੇ ਗੁਰੂ ਸਾਹਿਬ ਉਪਦੇਸ਼ ਬਖਸ਼ਦੇ, ਭਾਈ ਇੱਕ ਅਦਵੈਤ ਰੂਪ ਪਰਮੇਸ਼ਰ ਹੈ ਤੇ ਅਚੰਭੋ ਅਸਚਰਜ ਰੂਪ ਵਾਹਿਗੁਰੂ ਹੈ। ਬਸਮਾਦ ਨਾਲ ਬਸਮਾਦ ਵੇਦ, ਉਹ ਐਸਾ ਅਚੰਭ ਅਸਚਰਜ ਸਰੂਪ ਇੱਕ ਹੈ ਤੇ ਅਦਵੈਤ ਰੂਪ ਫਿਰ ਅਚੰਭੋ ਅਸਚਰਜ ਸਰੂਪ ਹੈ। ਸੁਨੋ ਤੁਮ ਭਾਈ ਸੁਣਨਾ ਕਰ ਹੇਤੂ ਹੈ ਭਾਈ ਭਾਵਨ ਰੂਪ ਹੈ। ਉਹ ਸਾਰਿਆਂ 'ਚ ਭਾਵ ਉਹੀ ਵਿਤੇ ਦੇਵਾ। ਜੈਸੀ ਕੋਈ ਭਾਵਨਾ ਕਰਦਾ ਹੈ ਉਹ ਭਾਵਨਾ ਪੂਰੀ ਕਰਕੇ ਆਪਨ ਬਾਪਾ ਨਹੀਂ ਕਿਸੀ ਕੋ ਭਾਵਨ ਕੋ ਹਰ ਰਾਜਾ। ਆਪਣੀ ਸਰਦਾ ਕਰਕੇ ਪਰਮੇਸ਼ਰ ਪ੍ਰਾਪਤ ਹੁੰਦਾ। ਸਰਦਾਵਾਨ ਕ੍ਰਿਸ਼ਨ ਜੀ ਨੇ ਕਿਹਾ ਸਰਦਾਵਾਨ ਲੱਭ ਤੇ ਗਿਆਨ। ਜੋ ਸਰਦਾਵਾਨ ਪੁਰਖ ਉਹ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ। ਕਿਉਂ ਭਾਵਨਾ ਕਰਕੇ ਸਾਧ ਸੰਗਤ ਜੀ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਗਰੀਬ ਨਵਾਜ ਫਰਮਾਉਂਦੇ ਹਨ, ਦੇਖਤ ਸਿੰਘ ਚਰਾਵਤ ਗਾਈ। ਕਹਿੰਦੇ ਫਿਰ ਦੇਖਤ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੈ, ਦੇਖਣ ਵਾਲਾ ਹੈ ਅਤੇ ਸਿੰਘ ਸੁਧ ਬ੍ਰਹਮ ਹੈ, ਜਿਸ ਦੇ ਤਾਈਂ ਵਕਾਰ ਆਦਿ ਕੋਈ ਪੋਹ ਨਾ ਨਹੀਂ ਸਕਦੇ।
ना कामं न क्रोधं न लोभं न मोहं, ऐसा निर्विकार शुद्ध स्वरूप है। ਚਰਾਵਤ ਗਾਈ ਅਤੇ ਚਰ ਆਵਤ ਗਾਈ, ਜਿਹੜਾ ਚਰ ਵਿਚਰਨਾ ਹੈ, ਆਉਣਾ ਜਨਮ ਧਾਰ ਕੇ, ਗਾਈ ਗਮਨ ਕਰਨਾ, ਇਹ ਸਾਧ ਸੰਗਤ ਜੀ ਗਾਈ ਗਮਨ ਕਰ ਜਾਂਦਾ, ਚਲਿਆ ਜਾਂਦਾ ਹੈ। ਉਸ ਸਰੂਪ ਨੂੰ ਪਾ ਕੇ ਜਦੋਂ ਸਿੰਘ ਸੁਧ ਸਰੂਪ ਉਹ ਦ੍ਰਿਸ਼ਟਾ ਰੂਪ ਵੇਖ ਲਈਦਾ ਹੈ, ਉਸ ਵੇਲੇ ਗਾਈ ਗਮਨ ਕਰ ਜਾਂਦਾ ਹੈ। ਚਰ ਵਿਚਰਨਾ, ਆਉਣਾ ਤੇ ਜਾਣਾ, ਇਹ ਸਾਰੇ ਨਿਵਰਤੀ ਹੋ ਜਾਂਦੀ ਉਸ ਵਕਤ। ਰਹਾਉ ਜਲ ਕੀ ਮਛਲੀ ਤਰਵਰ ਵਿਆਈ ਜਿਹੜੇ ਜਿਹੜੀ ਪਦਾਰਥਾਂ ਰੂਪੀ ਜਲ ਦੀ ਮੱਛੀ ਬੁੱਧ ਸੀ, ਇਹ ਤਰਵਰ ਸਾਧ ਸੰਗਤ ਰੂਪੀ ਬਿਰਸ਼ ਦੇ ਉੱਤੇ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੁੰਦੀ ਹੈ। ਇਹਦੇ ਅੰਦਰ ਗੁਣ ਪ੍ਰਾਪਤ ਹੁੰਦੇ ਹੈ, ਸਤ ਚੇਤਨ ਆਨੰਦ ਸਰੂਪ ਗੁਣ ਇਹਦੇ ਅੰਦਰ ਪ੍ਰਗਟ ਹੋਏ ਹੁੰਦੇ ਹੈ। ਜਾਂ ਸੰਸਾਰ ਰੂਪੀ ਜਲ ਦੀ ਜਿਹੜੀ ਬੁੱਧੀ ਮਛਲੀ ਸੀ, ਇਹ ਤਰਵਰ ਬ੍ਰਹਮ ਰੂਪੀ ਬਿਰਸ਼ ਦੇ ਵਿੱਚ ਉਸ ਦੇ ਸਰਵਣ ਗਿਆਨ, ਮੰਨਣ ਗਿਆਨ, ਅਧਿਆਸਨ ਗਿਆਨ, ਤਤਵ ਦਾ ਸੋਧਨ ਗਿਆਨ, ਸਖਿਆਤਤਾ ਰੂਪੀ ਇਸ ਪ੍ਰਕਾਰ ਇਹ ਗੁਣ ਇਹਦੇ ਅੰਦਰ ਪ੍ਰਗਟ ਹੋਏ ਹੁੰਦੇ ਹਨ। ਤੇ ਬੇਆਈ ਬੇਦਵੈਤ ਜਿਹੜੀ ਹੈ ਉਹ ਆਈ ਹੋਈ, ਉਸ ਵੇਲੇ ਉਹ ਦਵੈਤ ਜਿਹੜੀ ਹੈ ਨਾਸ਼ ਹੋ ਜਾਂਦੀ ਹੈ ਬ੍ਰਹਮ ਰੂਪੀ ਤਰਵਰ ਦੀ ਪ੍ਰਾਪਤੀ ਕਰਕੇ। ਦੇਖਤ ਕੁਤਰਾ ਲੈ ਗਈ ਬਿਲਾਈ ਦੇਖਤ ਕੁਤਰਾ ਲਈ ਦੇਖੀ ਦੇ ਅਸੀਂ ਨਾ, ਜਿਹੜਾ ਅੱਗੇ ਕੁਤਰਕਾਂ ਉਠਾਉਂਦਾ ਮਨ, ਅਨੇਕ ਪ੍ਰਕਾਰ ਦੀਆਂ ਕੁਤਰਕਾਂ ਕਰਦਾ ਰਹਿੰਦਾ ਸੀ, ਲੈ ਗਈ ਬੁਲਾਈ, ਉਹ ਕੁਤਰਕਾਂ ਵਾਲੀ ਜਿਹੜੀ ਬਿਰਤੀ ਸੀ ਉਹ ਬਲਾ ਹੋ ਗਈ, ਛਪ ਗਈ ਹੈ। ਬੇਦਵੈਤ ਵੀ ਲਾ ਦਿੱਤੀ ਹੈ ਅਤੇ ਕੁਤਰਕਾਂ ਵੀ ਸਾਰੀਆਂ ਲੈ ਹੋ ਗਈਆਂ ਹਨ, ਕੋਈ ਕੁਤਰਕ ਨਹੀਂ। ਅੱਗੇ ਦੇਖੇ ਕੁਤਰਾ ਇਹ ਬੇਤਰਾ ਤੁਰਿਆ ਫਿਰਦਾ ਸੀ, ਸੰਸਾਰ ਦੇ ਅੰਦਰ ਤਰਨ ਤੋਂ ਰਹਿਤ ਸੀ, ਹੁਣ ਕਹਿੰਦੇ ਆਪ ਵੀ ਤਰ ਗਿਆ ਹੈ ਤੇ ਜਿੰਨੀ ਸ੍ਰਿਸ਼ਟੀ ਜਿਹੜੀ ਸੀ ਉਸ ਨੂੰ ਵੀ ਨਾਲ ਹੀ ਲੈ ਗਿਆ ਹੈ, ਮੁਕਤ ਹੋ ਗਿਆ, ਤਰ ਗਿਆ ਤੇ ਬੇਦਵੈਤ ਵੀ ਲਾ ਦਿੱਤੀ ਹੈ ਅੰਦਰੋਂ। ਤਲੈਰੇ ਬੈਸਾ ਉਪਰ ਸੂਲਾ ਕਹਿੰਦੇ ਤਲੈਰੇ ਬੈਸਾ, ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਬੈਠਾ ਸਥਿਤ ਹੋਇਆ ਹੈ। ਹੰਕਾਰ ਨਹੀਂ ਉਹਦੇ ਅੰਦਰ ਰਿਹਾ ਕਿਸੇ ਪ੍ਰਕਾਰ ਦਾ, ਸਭ ਦੀ ਧੂੜ ਬਣ ਕੇ ਸਥਿਤ ਹੋ ਗਿਆ ਹੈ। ਉਪਰ ਸੂਲਾ ਅਤੇ ਉੱਪਰ ਸੂਲਾ, ਸੂਲ ਨਾ ਦੁੱਖਾਂ ਤੋਂ ਉੱਪਰ ਹੋ ਗਿਆ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਜੰਮਣ ਮਰਨ ਦਾ ਹੈ। ਤਿਸ ਕੈ ਪੇਟ ਲੱਗੇ ਫਲ ਫੂਲਾ ਇਸ ਕੈ ਪੇੜ ਉਹ ਬ੍ਰਹਮ ਰੂਪੀ ਪੇਡੇ ਦੇ ਨਾਲ ਲੱਗ ਗਿਆ ਹੈ। ਇਸ ਕਰਕੇ ਫਲ ਉਪਾਸ਼ਨਾ, ਫੁੱਲ ਉਪਾਸ਼ਨਾ ਤੇ ਫਲ ਗਿਆਨ ਜਿਹੜੇ ਉਹਨਾਂ ਦੇ ਪੇੜ ਦੇ ਸੰਗਤ ਦੇ ਨਾਲ ਮਿਲਦੇ ਹੈ, ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਅਤੇ ਧਰਮ ਰੂਪੀ ਫੁੱਲ ਪ੍ਰਾਪਤ ਹੋ ਜਾਂਦੇ ਹਨ। ਘੋੜਾ ਚਰ ਭੈਸ ਚਰਾਵਨ ਜਾਈ ਇਹ ਸਾਧ ਸੰਗਤ ਜੀ ਘੋਰ ਭਿਆਨਕ ਜੋ ਜਮ ਮਾਰ ਗਏ ਉਹਦੇ ਚਰ ਵਿਚਰਦਾ ਸੀ, ਭੈ ਦੇ ਸਹਿਤ ਆਉਣ ਜਾਣ ਵੀ ਜਾਂਦਾ ਸੀ। ਹੁਣ ਕਹਿੰਦੇ ਨੇ ਘੋੜਾ ਚਰ ਪ੍ਰਾਣਾ ਰੂਪੀ ਘੋੜੇ ਤੇ ਚੜ੍ਹ ਕੇ ਭੈ ਦੇ ਸੰਯੁਕਤ ਹੋ ਕੇ ਜਿਹੜਾ ਲੋਕ ਪ੍ਰਲੋਕ ਨੂੰ ਗਮਨ ਕਰਨਾ ਹੈ, ਚਰ ਆਵ ਨਾ ਜਾਈ, ਇਹ ਵਿਚਰਦਾ ਨਹੀਂ ਆਉਣ ਜਾਣ ਦੇ ਵਿੱਚ। ਬ੍ਰਹਮ ਗਿਆਨੀ ਦੇ ਜਿਹੜੇ ਪ੍ਰਾਣ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ, ਉਹਨਾਂ ਦਾ ਆਉਣਾ ਜਾਣਾ ਵਿਚਰਨਾ ਨਹੀਂ, ਮੁਕਤ ਹੋ ਗਏ ਹਨ ਉਹ। ਬਾਹਰ ਬੈਲ ਗੂਣ ਘਰ ਆਈ ਕਹਿੰਦੇ ਬਾਹਰ ਬੈਲ, ਇਹ ਜਿਹੜਾ ਬੈਲ ਸੀ ਹੁਣ ਜਿਹੜਾ ਸੰਸਾਰ ਦੇ ਵਿਹਾਰਾਂ ਵਾਲਾ ਬਾਹਰ ਬੈਲ ਸੀ ਸੰਸਾਰ ਦੇ ਅੰਦਰ, ਇਹ ਬੈਲ ਜਿਹੜਾ ਸੀ ਮਨ ਰੂਪੀ ਬੈਲ ਬਾਹਰ ਹੋ ਗਿਆ, ਇਹਦਾ ਅਭਾਵ ਹੋ ਗਿਆ ਤੇ ਗੁਣ ਮੁਕਤ ਰੂਪੀ ਗੁਣ ਘਰ ਚ ਜਾਂ ਬ੍ਰਹਮ ਵਿਦਿਆ ਰੂਪੀ ਗੁਣ ਘਰ ਵਿੱਚ ਆ ਕੇ ਸਥਿਤ ਹੋ ਗਈ, ਫਿਰ ਸਰੂਪ ਰੂਪੀ ਘਰ ਵਿੱਚ ਆ ਗਏ। ਕਹਿਤ ਕਬੀਰ ਜੋ ਇਸ ਪਦ ਰੂਪੀ ਬੈਲ ਹੁਣ ਬਾਹਰ ਰਹਿ ਗਿਆ ਤੇ ਗਿਆਨ ਰੂਪੀ ਗੁਣ ਘਰ ਦੇ ਜਾ ਕੇ ਪ੍ਰਾਪਤ ਹੋ ਗਈ। ਕਹਿਤ ਕਬੀਰ ਜੋ ਇਸ ਪਦ ਬੂਝੈ, ਇਸ ਤਰ੍ਹਾਂ ਦਾ ਜੋ ਪਦ ਬ੍ਰਹਮ ਤਤਪਦ ਤੁਮ ਪਦ ਦਾ ਲੱਖਰ ਸਰੂਪ ਹੈ, ਉਸ ਨੂੰ ਜਿਹੜਾ ਬੁੱਝ ਲਵੇਗਾ, ਸਮਝ ਲਵੇਗਾ ਗੁਰਾਂ ਦੀ। ਰਾਮ ਰਾਮ ਤਿਸ ਸਭ ਕਿਛ ਸੂਝੈ, ਜੋ ਰਾਮ ਨੂੰ ਰਾਮ ਤੋਂ ਉਚਾਰਨ ਕਰਦੇ ਹਨ ਉਹਨਾਂ ਨੂੰ ਸਭ ਕੁਛ ਤੁਛ ਮਾਤਰ ਜਿੰਨਾ ਸੰਸਾਰ ਹੈ ਬ੍ਰਹਮੀ ਸੁਝ ਆਉਂਦਾ ਦਿਸਿਆ ਆਉਂਦਾ ਹੈ। 22 ਚੌਪ ਦੇ ਤਥਾ ਪੰਜ ਪਦੇ, 22 ਸਾਰੇ ਚੌਪ ਦੇ ਸ਼ਬਦ ਹੈ, ਇਹਦੇ ਚ ਵਿੱਚੇ ਪੰਜ ਪੌੜੀਆਂ ਵਾਲੇ ਵਿੱਚੇ ਹੀ ਆਏ ਹਨ।